ਸਾਹਿਬ ਜੀ। ਡਗਮਗ ਛਾਡਰੇ ਮਨ ਬਹੁਰਾ, ਅਬ ਤੋ ਜ਼ਰੇ ਮਰੇ ਸਿਧ ਪਾਈਐ, ਲੀਨੋ ਹਾਥ ਸੰਧੌਰਾ। ਅਬ ਤੋ ਜ਼ਰੇ ਮਰੇ ਸਿਧ ਪਾਈਐ, ਲੀਨੋ ਹਾਥ ਸੰਧੌਰਾ। ਰਾਧਾਨ ਰਾਸ ਪਾਨਾਨ ਪਾਨ, ਦੇਵਾਨ ਦੇਵ ਉਪਮਾ ਮਹਾਨ। ਸਵਰ ਛਤਰ ਤਖਤ ਦੇ ਮਾਲਕ, ਗੱਦੀ ਤੇ ਬਿਰਾਜਮਾਨ, ਸ਼ਬਦਾ ਅਵਤਾਰ ਸ਼ਬਦ ਗੁਰੂ। ਜਾਗਤ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤਿਨਾਂ ਦੇ ਪਾਵਨ ਹਜ਼ੂਰੀ ਅੰਦਰ ਗੁਰੂ ਧਨ ਗੁਰੂ ਪਿਆਰਿਓ, ਗੁਰੂ ਸਵਾਰਿਓ, ਜਿੱਥੇ ਅਸੀਂ ਸਾਰੇ ਹੀ ਤਨ ਕਰਕੇ ਆਏ ਹਾਂ, ਮਨ ਦਾ ਟਿਕਾ ਬਣਾਈਏ। ਜਿਵੇਂ ਗਿਆਨੀ ਜੀ ਨੇ ਸਾਨੂੰ ਇਹ ਸਮਾਗਮ ਦੇ ਪ੍ਰਥਾਏ ਦਰਸਾਇਆ ਹੈ ਕਿ ਇਹ ਸਮਾਗਮ 1984 ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਇਹ ਹਰ ਸਾਲ ਉਲੀਕਿਆ ਜਾਂਦਾ ਹੈ। ਹਰ ਸਾਲ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ। ਤੇ ਮੈਂ ਸ਼ਬਦ ਲਿਆ ਹੈ, ਅਬ ਤੋ ਜਰੇ ਮਰੇ ਸਿਧ ਪਾਈਐ, ਲੀਨੋ ਹਾਸ ਸੰਧੌਰਾ। ਆਓ ਇਸ ਪ੍ਰਕਰਨ ਨੂੰ ਮੈਂ ਅੱਗੇ ਆਰੰਭ ਕਰਦਿਆਂ ਪਹਿਲਾਂ ਫਤਿਹ ਦੀ ਸਾਂਝ ਆਪਾਂ ਸਾਰੇ ਹੀ ਕਰਾਈਏ। ਸਾਰੇ ਰਸਨਾ ਨੂੰ ਸਫਲਾ ਕਰ ਲਈਏ, ਕੋਈ ਵੀ ਰਸਨਾ ਵਾਂਝੀ ਨਾ ਰਹਿ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੇ ਕੀਰਤਨੀਏ ਹੋਣੇ ਸ਼ਬਦ ਇਹ ਪੜ੍ਹ ਰਹੇ ਸਨ, ਜੇ ਗੁਰ ਪਰਮਾਏ ਸਾਂਗ ਕਰ, ਕਿਆ ਸਿੱਖ ਵਿਚਾਰਾ। ਭਾਈ ਗੁਰਦਾਸ ਜੀ ਨੇ ਇਹ ਸ਼ਬਦ ਪਹਿਲੀ 20ਵੀਂ ਪੌੜੀ ਦੇ ਵਿੱਚ ਲਿਖਿਆ ਕਿ ਜੇ ਗੁਰ ਸਾਂਗ ਵਰਤਦਾ ਸਿੱਖ, ਸਿਦਕ ਨਹਾਰੇ। ਮੈਂ ਲਿਆਉਣਾ ਹੈ ਸ਼ਹੀਦਾਂ ਤੇ। ਬੇ ਸ਼ਹੀਦ ਸ਼ਬਦ ਆਇਆ ਕਿੱਥੋਂ ਹੈ? ਸ਼ਹਾਦਤ ਮਨੁੱਖ ਦੇਣ ਲਈ ਤਿਆਰ ਕਿਵੇਂ ਹੋ ਸਕਦਾ ਹੈ? ਸ਼ਹਾਦਤ ਦੇਣ ਦਾ ਮਤਲਬ ਕੀ ਹੈ? ਇਸ ਪਾਸੇ ਆਉਣਾ ਹੈ। ਪਰ ਸ਼ਬਦ ਇਹ ਮੈਂ ਨਾਲ ਆਪ ਨਾਲ ਸਾਂਝਾ ਕਰ ਰਹੇ ਹਾਂ। ਅਬ ਤੋਂ ਜਰੇ ਮਰੇ ਸਿਧ ਪਾਈਐ, ਲੀਨੋ ਹਾਸ ਸੰਧੌਰਾ। ਤੇ ਭਾਈ ਗੁਰਦਾਸ ਜੀ ਦੀ ਇਹ ਵਾਰ ਲਈ ਹੈ, ਜੋ ਹੁਣੇ ਆਪ ਨਾਲ ਗੁਰੂ ਕੇ ਬਾਣੀ ਰਾਹੀਂ ਨਾਲ ਵਾਰ ਪੜ੍ਹ ਕੇ ਗਾ ਕੇ ਸਾਨੂੰ ਗੁਰੂ ਕੇ ਕੀਰਤਨੀਏ ਸੁਣਾ ਰਹੇ ਸਨ। ਇਹ 22ਵੀਂ ਵਾਰ ਜਿਹੜੀ ਹੈ ਸਾਨੂੰ ਸੁਣਾ ਰਹੇ ਸਨ। ਤੇ 20ਵੀਂ ਦੇ ਵਿੱਚ ਭਾਈ ਗੁਰਦਾਸ ਜੀ ਕਹਿੰਦੇ, ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਜੇ ਕਿਧਰੇ ਗੁਰੂ ਸਾਂਗ ਵਰਤਾ ਦੇਵੇ ਤੇ ਸਿੱਖ ਦੀ ਕੀ ਮਜਾਲ ਹੈ ਵੀ ਉਸ ਸਾਂਗ ਤੇ ਉਸ ਰਮਜ ਦੇ ਉੱਤੇ ਸਿੱਖ ਪੂਰਾ ਉਤਰ ਸਕੇ। ਸਿੱਖ ਨਹੀਂ ਉਤਰ ਸਕਦਾ ਜਿੰਨਾ ਚਿਰ ਗੁਰੂ ਦਾ ਸਿਰ ਦੇ ਸਿੱਖ ਦੇ ਸਿਰ ਦੇ ਉੱਤੇ ਹੱਥ ਨਹੀਂ ਆਉਂਦਾ। ਹੁਣ ਕਿਆ ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਗੁਰੂ ਸਾਹਿਬ ਜੀ ਨੇ ਪ੍ਰੀਖਿਆ ਦੀ ਘੜੀ ਪਾ ਦਿੱਤੀ। ਭਾਈ ਗੁਰਦਾਸ ਜੀ ਨੂੰ ਜਦੋਂ ਪ੍ਰੀਖਿਆ ਦੀ ਘੜੀ ਪਈ ਤੇ ਭਾਈ ਗੁਰਦਾਸ ਜੀ ਫਿਰ 22ਵੀਂ ਵਾਰ ਦੇ ਵਿੱਚ ਉਹਨਾਂ ਨੇ ਇਹ ਗੱਲ ਕਹਿ ਦਿੱਤੀ, ਨਹੀਂ ਬਈ ਐਵੇਂ ਨਹੀਂ, ਐਵੇਂ ਹੈ। ਜੇ ਗੁਰ ਪਰਮਾਏ ਸਾਂਗ ਕਰ, ਕਿਆ ਸਿੱਖ ਵਿਚਾਰ। ਜੇ ਕਿਤੇ ਗੁਰੂ ਸਾਂਗ ਵਰਤਾ ਦੇਵੇ, ਜੇ ਕੋਈ ਗੁਰੂ ਕੌਤਕ ਵਰਤਾ ਦੇਵੇ, ਗੁਰੂ ਜੇ ਕੋਈ ਚੋਜ ਕਰ ਦੇਵੇ ਤੇ ਸਿੱਖ ਵਿਚਾਰਾ ਕੀ ਉਸ ਨੂੰ ਸਮਝ ਸਕਦਾ ਹੈ?
ਸਿੱਖ ਤਾਂ ਹੀ ਸਮਝ ਸਕਦਾ ਹੈ ਜੇ ਸਮਰੱਥ ਗੁਰੂ ਦਾ ਸਿਰ ਤੇ ਹੱਥ ਹੋਵੇ। ਤੇ ਜਦੋਂ ਕੋਈ ਗੁਰੂ ਸਾਂਗ ਵਰਤਾਉਂਦਾ ਹੈ, ਜਦੋਂ ਕੋਈ ਗੁਰੂ ਕੌਤਕ ਵਰਤਾ ਦੇਵੇ, ਤੇ ਉਦੋਂ ਸਿੱਖ ਨੂੰ ਕਰਨਾ ਕੀ ਚਾਹੀਦਾ? ਉਦੋਂ ਸਿੱਖ ਨੂੰ ਕੇਵਲ ਤੇ ਕੇਵਲ ਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ ਹੈ। ਜਿਵੇਂ ਅੱਜ ਦੇ ਹੁਕਮ ਵਿੱਚ ਵੀ ਮੇਰੇ ਪਾਤਸ਼ਾਹ ਨੇ ਬਾਣੀ ਰਾਹੀਂ ਜੋ ਸਾਨੂੰ ਅੱਜ ਦਾ ਹੁਕਮ ਹੈ, ਜੋ ਸੁਣਿਆ ਹੈ, ਇਹਦੇ ਵਿੱਚ ਵੀ ਅੱਜ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ, ਸਾਨੂੰ ਸਤਿਗੁਰੂ ਜੀ ਨੇ ਦਰਸਾਇਆ, ਜਬ ਹਮ ਹੋਤੇ तब तू नाही, अब तू ही मैं नाही, अनल अगम जैसे लहर में ओदत, जल केवल जल माही, माधवे क्या कहिए भ्रम ऐसा, जैसा मानिए होए ना तैसा। जदों मैं है सीधे जे अर्थ ने, उदों तू नहीं, जदों तू है उदों मैं नहीं, ਤੇ ਜਦੋਂ ਮੈਂ ਹੋਵੇ ਉਦੋਂ ਰੱਬ ਆਪ ਨਹੀਂ ਵਸਦਾ, ਕਿਉਂਕਿ ਮੈਂ ਵਾਲੀ ਥਾਂ ਜਿਹੜੀ ਹੈ ਉਹ ਹੋਮੇ ਨਾ, ਜਿਸ ਨੂੰ ਅਸੀਂ ਪੜ੍ਹਦੇ ਆ ਨਾ, ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹੈ ਨਾ ਕੋਏ। ਜੇ ਕਿਧਰੇ ਰੱਬ ਦੀ ਰਮਜ ਨੂੰ ਸਮਝਣਾ ਹੋਵੇ ਤੇ ਗੁਰੂ ਅੱਗੇ ਅਰਦਾਸ ਕਰਨੀ ਹੈ। ਜਦੋਂ ਅਰਦਾਸ ਕਰਦੇ ਆ ਤੇ ਜਦੋਂ ਉਦੋਂ ਸਾਡੇ ਅੰਦਰੋਂ ਹਉਮੈ ਨਿਕਲ ਜਾਂਦੀ ਹੈ। ਹਉ ਪਲੱਸ ਮੈਂ, ਹਉ ਦੇ ਅਰਥ ਵੀ ਮੈਂ ਨੇ ਤੇ ਅੱਗੇ ਮੈਂ ਫਿਰ ਆ ਗਿਆ, ਡਬਲ ਮੈਂ ਹੋ ਗਈ। ਇਹਨੂੰ ਮੈਂ ਹੋਰ ਕਲੀਅਰ ਕਰਾਂ, ਜਦੋਂ ਅਸੀਂ ਪੜ੍ਹਦੇ ਆ ਨਾ, ਕਈ ਵਾਰੀ ਅਸੀਂ ਹੁਕਮਨਾਮਾ ਲੈਣ ਲੱਗਿਆ ਇਹ ਡੰਡੌਤ ਬੰਦਨਾ ਵਿੱਚ ਸ਼ਬਦ ਪੜ੍ਹ ਦਿੰਦੇ ਆ, ਮੈਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਣਾਏ ਜੀ। ਇਹ ਪਾਠ ਇਵੇਂ ਨਹੀਂ ਹੈ, ਇਵੇਂ ਹੈ, ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਣਾਏ ਜੀ। ਹਉ ਦੇ ਅਰਥ ਵੀ ਮੈਂ ਹੀ ਨੇ, ਤੇ ਇਸ ਨੂੰ ਕਰ ਦਿੱਤਾ ਇਕੱਠਾ ਹਉ ਮੈਂ, ਹਉਮੈ। ਹਉਮੈ ਦੇ ਅਰਥ ਕਰਾਂਗੇ ਮੈਂ, ਦੋ ਮੈਂ, ਦੋ ਵਾਰੀ ਮੈਂ ਬਣ ਗਿਆ। ਭਾਈ ਜਿਹੜਾ ਮੈਂ ਕਰਦਾ ਹੈ ਉਹਦੇ ਵਿੱਚ ਤੂੰ ਨਹੀਂ ਆਉਂਦਾ, ਤੇ ਜਿੱਥੇ ਤੂੰ ਨਹੀਂ ਨਾ, ਉਹ ਜਿੱਥੇ ਮੈਂ ਹੈ ਉੱਥੇ ਤੂੰ ਨਹੀਂ, ਜਿੱਥੇ ਤੂੰ ਹੈ ਉੱਥੇ ਮੈਂ ਨਹੀਂ। ਹੁਣ ਮੇਰੇ ਸਾਹਿਬ ਜੀ ਕਹਿੰਦੇ ਨੇ, ਜਬ ਹਮ ਹੋਤੇ तब तू नाही, अब तू ही मैं नाही, अनल अगम जैसे लहर में ओदत, जल केवल जल माही, माधवे क्या कहिए भ्रम ऐसा, जैसा मानिया होए न तैसा रहाओ। क्या सुपने एक भिखारी, सुपने दे विच एक राजा है, नरपत एक सिंहासन सोया, सुपने भया भिखारी, अछत राज बिशरत दुख पाया, सो गत भई हमारी। नर प्लस पत, ਨਰ ਤੋਂ ਹੋ ਗਿਆ ਮਨੁੱਖ, ਤੇ ਅੱਗੇ ਮਨੁੱਖਾਂ ਦਾ ਰਾਜਾ ਨਰਪਤ ਏਕ ਸਿੰਘਾਸਣ ਸੋਇਆ। ਜਿਵੇਂ ਇੱਕ ਰਾਜਾ ਸਿੰਘਾਸਣ ਤੇ ਸੁੱਤਾ ਹੋਵੇ ਤੇ ਉਹਨੂੰ ਸੁਪਨਾ ਆਵੇ ਤੇ ਸੁਪਨੇ ਦੇ ਵਿੱਚ ਭਿਖਾਰੀ ਬਣ ਜਾਵੇ, ਰਾਜ ਹੁੰਦਿਆਂ ਸੌਂਦਿਆਂ ਵੀ ਭਿਖਾਰੀ ਬਣ ਜਾਵੇ। ਮੇਰੇ ਸਾਹਿਬ ਜੀ ਕਹਿੰਦੇ ਨੇ, ਜਿਸ ਉੱਤੇ ਮਨੁੱਖ, ਜਿਸ ਮਨੁੱਖ ਦੇ ਉੱਤੇ ਗੁਰੂ ਦਾ ਹੱਥ ਨਹੀਂ, ਰਹਿਮਤ ਨਹੀਂ, ਉਹ ਰਾਜ ਹੁੰਦਿਆਂ ਸੌਂਦਿਆਂ ਵੀ ਭਿਖਾਰੀ ਹੈ। ਜਿਵੇਂ ਇੱਕ ਭੁਲੇਖਾ ਪੈ ਗਿਆ, ਰਾਤ ਦੇ ਹਨੇਰੇ ਦੇ ਵਿੱਚ ਰੱਸੀ ਪਈ ਹੋਈ ਸੱਪ ਦਿਸਣ ਲੱਗ ਪੈਂਦੀ ਹੈ, ਇਸੇ ਤਰ੍ਹਾਂ ਮਨੁੱਖ ਸੱਚ ਨੂੰ, ਕੱਚ ਤੇ ਕੱਚ ਨੂੰ ਸੱਚ ਕਹਿਣ ਲੱਗ ਪੈਂਦਾ ਹੈ। ਜੇ ਕਿਤੇ ਗੁਰੂ ਦੀ ਰਹਿਮਤ ਹੋਵੇ ਤੇ ਫਿਰ ਉਹਦੀ ਅਵਸਥਾ ਇਹ ਬਣ ਜਾਂਦੀ ਹੈ, ਮਨ ਰੇ ਛਾਡੋ ਭਰਮ ਪ੍ਰਗਟ ਹੋਏ, ਨਾਚੋ ਇਹ ਮਾਇਆ ਕੇ ਡਾਂਡੇ। ਫਿਰ ਉਹ ਕਹਿੰਦਾ, ਮਨ ਤੂੰ ਛੱਡ ਦੇ, ਭਰਮ ਨੂੰ ਛੱਡ ਦੇ, ਸੂਰ ਕੇ ਸਨਮੁਖ ਰਣ ਤੇ ਡਰ ਪੇ। ਜੇ ਰਣ ਦੇ ਵਿੱਚ ਜੂਝਣਾ ਹੋਵੇ, ਵੈਰੀ ਸਿਰ ਤੇ ਆ ਕੇ ਖਲੋਤਾ ਹੋਵੇ, ਤੇ ਜਿਹੜਾ ਅੱਗੇ ਸੂਰਮਾ ਹੈ ਉਸ ਟੱਕਰ ਲੈਣ ਵਾਲਾ ਉਹ ਡਰੀ ਜਾਵੇ ਤੇ ਉਹ ਜੰਗ ਵਿੱਚ ਜੂਝ ਨਹੀਂ ਸਕਦਾ। ਕਿਆ ਸੂਰ ਕੇ ਸਨਮੁਖ ਰਣ ਤੇ ਡਰ ਪੈ, ਸਤੀ ਕੇ ਸਾਚੈ ਭਾਂਡੈ। ਗੁਰੂ ਅਮਰਦਾਸ ਮਹਾਰਾਜ ਨੇ ਸਤੀ ਦੀ ਪ੍ਰਥਾ ਮੁਕਾਈ। ਜਦੋਂ ਸਤੀ ਹੋਣ ਵਾਲੀ ਇਸਤਰੀ ਆਪਣੇ ਪਤੀ ਨਾਲ ਸਤੀ ਹੋਣਦੀ ਸੀ, ਭਾਵ ਉਸ ਚਿਖਾ ਦੇ ਵਿੱਚ ਸੜ ਮਰਦੀ ਸੀ, ਤੇ ਇੱਕ ਨਾਰੀਅਲ, ਸੰਧੂਰ, ਕੁਝ ਚੂੜੀਆਂ ਤੇ ਇਵੇਂ ਜਿਹਾ ਸਮਾਨ ਇੱਕ ਥਾਲ ਦੇ ਵਿੱਚ ਰੱਖ ਕੇ ਉਸ ਨੂੰ ਦਿੱਤਾ ਜਾਂਦਾ ਸੀ। ਜਦੋਂ ਸੰਧੌਰਾ ਉਹਨੂੰ ਕਿਹਾ ਜਾਂਦਾ, ਜਦੋਂ ਸੰਧੌਰਾ ਕਬੂਲ ਕਰ ਲੈਂਦੀ ਸੀ, ਫਿਰ ਉਹ ਆਪਣੇ ਪਤੀ ਦੇ ਨਾਲ ਸੜ ਕੇ ਚਿਖਾ ਦੇ ਵਿੱਚ ਸਵਾਹ ਹੋ ਜਾਣਾ।
ਪਰ ਜਿਹੜੀ ਸਤੀ ਹੋਣ ਵਾਲੀ ਹੈ ਇਸਤਰੀ ਆਪਣੇ ਪਤੀ ਦੇ ਨਾਲ ਜੇ ਉਹ ਖਿਆਲ ਕਰੇ ਕਿ ਮੈਂ ਭਾਂਡੇ ਕੌਲੀਆਂ ਗਲਾਸ ਇਕੱਠੇ ਕਰ ਲਵਾਂ ਤੇ ਉਹ ਸਤੀ ਨਹੀਂ ਹੋ ਸਕਦੀ। ਕਹਿਣ ਤੋਂ ਭਾਵ ਜਿਹੜਾ ਸੂਰਮਾ ਹੈ, ਜੰਗ ਵਿੱਚ ਜੂਝਣ ਵਾਲਾ, ਉਹ ਆਪਣੇ ਤਨ ਦਾ, ਆਪਣੇ ਪਰਿਵਾਰ ਦਾ, ਇਹ ਸੰਸਾਰ ਦੇ ਮਾਇਕ ਪਦਾਰਥਾਂ ਦਾ ਹੀ ਖਿਆਲ ਕਰਦਾ ਰਹੇ, ਫਿਰ ਉਹ ਸ਼ਹਾਦਤ ਨਹੀਂ ਦੇ ਸਕਦਾ, ਉਹ ਰਣ ਤੱਤੇ ਵਿੱਚ ਜੋਧ ਨਹੀਂ ਸਕਦਾ, ਉਹ ਸ਼ਹੀਦੀ ਰੁਤਬਾ ਪ੍ਰਾਪਤ ਨਹੀਂ ਕਰ ਸਕਦਾ। ਉਹ ਉਸ ਮਾਲਕ ਦੀ ਖੁਸ਼ੀ ਨੂੰ ਮਾਣ ਨਹੀਂ ਸਕਦਾ। ਸਤੀ ਉਹ ਹੀ ਹੋ ਸਕਦੀ ਹੈ ਜਿਸ ਨੇ ਇਹ ਕਹਿ ਦਿੱਤਾ, ਡਗ ਮਗ ਛਾੜ ਰੇ ਮਨ ਬੋਰਾ, ਅਬ ਤੋ ਜਰੇ ਮਰੇ ਸਿੱਧ ਪਾਈਐ ਲੀਨੋ ਹਾ ਸੰਦੋਰਾ। ਡਗ ਮਗ ਛਾੜ ਰੇ ਮਨ ਬੋਰਾ, ਮੇਰੇ ਕਵਲਿਆ ਮਨਾ ਹੁਣ ਡਗ ਡੋਲੇ ਨਾ ਖਾ, ਹੁਣ ਇੱਧਰ ਉਧਰ ਨਾ ਜਾ, ਹੁਣ ਤੇ ਜਰੇ ਮਰੇ, ਜਰ ਕੇ ਭਾਵ ਚਿਖਾਂ ਦੇ ਵਿੱਚ ਸੜ ਕੇ ਹੀ ਇਸ ਅਵਸਥਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ, ਵਰਨਾ ਐਵੇਂ ਨਹੀਂ। ਅਬ ਤੋਂ ਜਰੇ ਮਰੇ ਸਿੱਧ, ਸਿੱਧ ਤੋਂ ਭਾਵ ਹੈ ਕਾਮਯਾਬੀ, ਤਾਂ ਹੀ ਪ੍ਰਾਪਤ ਹੋ ਸਕਦੀ ਹੈ। ਜੇ ਅਸੀਂ ਆਨੰਦਪੁਰ ਸਾਹਿਬ, ਆਨੰਦਗੜ੍ਹ ਦੇ ਕਿਲੇ ਦੀ ਜੰਗ, ਜਦੋਂ ਲੋਹਗੜ੍ਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬੈਠੇ ਨੇ, ਮੈਂ ਵਿਚਾਰ ਇਹ ਲੜੀਵਾਰ ਕਰਦਾ ਆ ਰਿਹਾ ਸੀ, ਭਾਈ ਮਨੀ ਸਿੰਘ ਨੇ ਕਿਵੇਂ ਬੰਦ ਕਟਾਏ, ਉਹਨਾਂ ਦੇ ਪੁੱਤਰ ਬਾਬਾ ਬਚਿੱਤਰ ਸਿੰਘ, ਜਦੋਂ ਰਾਜਾ ਕੇਸਰੀ ਚੰਦ ਆਉਂਦਾ ਹੈ, ਮੈਂ ਸੂਰਮੇ ਤੇ ਗੱਲ ਲਿਆਉਣੀ ਹੈ, ਮਨ ਰੇ ਛਾਡੋ ਭਰਮ ਪ੍ਰਗਟ ਹੋਏ ਨਾਚੋ। ਮਨ ਨੂੰ ਜਦੋਂ ਕਿਹਾ, ਜੇ ਅਸੀਂ ਦੁਨੀ ਚੰਦ ਵਾਲੇ ਵੇਖਦੇ ਹਾਂ, ਉਹਨੇ ਮਨ ਨੂੰ ਸਮਝਾਇਆ ਨਹੀਂ ਕਿ ਮੈਂ ਜੰਗ ਵਿੱਚ ਜੂਝਣਾ ਨਹੀਂ। ਭਾਈ ਦੁਨੀ ਚੰਦ ਜਿਹੜਾ ਹੈ, ਜਦੋਂ ਪਾਤਸ਼ਾਹ ਕਹਿੰਦੇ ਨੇ ਜੇ ਰਾਜਾ ਕੇਸਰੀ ਚੰਦ ਆਪਣਾ ਹਾਥੀ ਲੈ ਕੇ ਆ ਰਿਹਾ ਹੈ ਤੇ ਸਾਡੇ ਕੋਲ ਵੀ ਹਾਥੀ ਹੈ ਦੁਨੀ ਚੰਦ, ਤੇ ਦੁਨੀ ਚੰਦ ਨੂੰ ਪਤਾ ਲੱਗਾ ਕਿ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਮੈਨੂੰ ਕੱਲ ਰਾਜਾ ਕੇਸਰੀ ਚੰਦ ਜਿਹੜਾ ਹਾਥੀ ਲੈ ਕੇ ਆ ਰਿਹਾ ਹੈ ਉਹਦੇ ਨਾਲ ਜੰਗ ਵਿੱਚ ਜੂਝਣ ਲਈ ਕਹਿ ਰਹੇ ਨੇ, ਹਾਥੀ ਮੈਨੂੰ ਤੋੜ ਦੇਗਾ, ਹਾਥੀ ਮੈਨੂੰ ਮਰੋੜ ਦੇਗਾ, ਹਾਥੀ ਦਾ ਤੇ ਮੇਰਾ ਕੀ ਮੁਕਾਬਲਾ। ਇੱਕ ਪਾਸੇ ਹਾਥੀ ਹੋਵੇ, ਇੱਕ ਪਾਸੇ ਇੱਕ ਮਨੁੱਖ ਹੋਵੇ। ਮਨ ਦੇ ਵਿੱਚ ਰਾਤ ਨੂੰ ਫੁਰਨੇ ਸ਼ੁਰੂ ਹੋ ਗਏ, ਮਨ ਵਿੱਚ ਖਿਆਲ ਆਉਣੇ ਸ਼ੁਰੂ ਹੋ ਗਏ। ਆਪਣੇ ਸੰਗੀਆਂ ਸਾਥੀਆਂ ਦੇ ਕੋਲ ਗਿਆ ਕਿ ਗੁਰੂ ਸਾਹਿਬ ਜੀ ਨੇ ਮੈਨੂੰ ਇਹ ਗੱਲ ਕਹਿ ਦਿੱਤੀ ਹੈ, ਕੱਲ ਮੈਨੂੰ ਹਾਥੀ ਤੋੜ ਦੇਗਾ, ਹਾਥੀ ਮੈਨੂੰ ਦਲ ਤੇ ਮਲ ਦੇਗਾ। ਜਦੋਂ ਸੰਗੀਆਂ ਸਾਥੀਆਂ ਨੇ ਸਮਝਾਇਆ, ਇਹਨੂੰ ਸਮਝ ਨਾ ਆਈ। ਰਾਤ ਪਈ, ਹਨੇਰਾ ਪਿਆ ਤੇ ਰੱਸਾ ਫੜਿਆ, ਲੱਜ ਦੇ ਨਾਲ ਕਿਲੇ ਦੀ ਕੰਧ ਤੋਂ ਉਤਰਨ ਲੱਗਾ ਤੇ ਲੱਜ ਟੁੱਟ ਗਈ। ਟੁੱਟਣ ਦੇ ਕਾਰਨ ਇਹ ਜਦੋਂ ਥੱਲੇ ਡਿੱਗਾ ਤੇ ਇਸ ਦੀ ਲੱਤ ਟੁੱਟ ਗਈ। ਲੱਤ ਟੁੱਟੀ, ਜਿਹੜੇ ਨਾਲ ਸਨ ਉਹ ਚੁੱਕ ਕੇ ਕਿਵੇਂ ਨਾ ਕਿਵੇਂ ਆਪਣੇ ਨਗਰ ਮਜੀਠੇ ਲੈ ਗਏ। ਜਦੋਂ ਮੌਤ ਤੋਂ ਡਰਿਆ ਤੇ ਮੌਤ ਸਾਹਮਣੇ ਆ ਖਲੋਤੀ। ਘਰ ਲੈ ਕੇ ਗਏ ਨੇ, ਜਿਵੇਂ ਘਰ ਪਹੁੰਚਿਆ ਹੈ ਤੇ ਸ਼ਰਮਸਾਰ ਹੋਇਆ, ਸ਼ਰਮਿੰਦਾ ਹੋਇਆ। ਬਾਣੀ ਵਿੱਚ ਪੜ੍ਹਦਿਆਂ, ਜਹ ਕਰਨੀ ਹੋਵੇ ਸ਼ਰਮਿੰਦਾ, ਇਹ ਕਮਾਨੀ ਰੀਤ। ਜੇ ਚੰਗੀ ਕਰਨੀ ਨਾ ਕੀਤੀ ਹੋਵੇ ਤੇ ਮਨੁੱਖ ਨੂੰ ਸ਼ਰਮਸਾਰ ਹੋਣਾ ਪੈਂਦਾ ਹੈ। ਜੇ ਕਰਨੀ ਚੰਗੀ ਹੋਵੇ ਤੇ ਮਨੁੱਖਾਂ ਵਿੱਚ ਬੜੇ ਫਕਰ ਦੇ ਨਾਲ ਬਹਿੰਦਾ। ਚੰਗੀ ਕਰਨੀ ਕੀਤੀ ਹੋਵੇ ਤੇ ਬੜਾ ਸ਼ਰਮਸਾਰ ਸੀ। ਜੇ ਸਿੱਖਾਂ ਨੂੰ ਪਤਾ ਲੱਗ ਗਿਆ ਕਿ ਇਹ ਦੁਨੀ ਚੰਦ ਗੁਰੂ ਸਾਹਿਬ ਜੀ ਤੋਂ ਬੇਮੁਖ ਹੋ ਕੇ ਘਰ ਆ ਗਿਆ ਹੈ ਆਪਣੀ ਜਾਨ ਬਚਾ ਕੇ, ਤੇ ਆਪਣੇ ਬੱਚਿਆਂ ਨੂੰ, ਆਪਣੇ ਪੁੱਤ ਪੋਤਰਿਆਂ ਨੂੰ ਕਹਿ ਦਿੱਤਾ, ਮੇਰਾ ਮੰਜਾ ਅਗਾਂਹ ਵਾਲੀ ਜਿਹੜੀ ਕੋਠੜੀ ਹੈ ਉੱਥੇ ਢਾਹ ਦਿਓ, ਭਾਵ ਜਿੱਥੇ ਹਨੇਰਾ ਹੈ ਉੱਥੇ ਮੰਜਾ ਢਾਹ ਦਿਓ, ਮੇਰੇ ਕੋਲ ਕੋਈ ਆਵੇ ਨਾ। ਜੇ ਕੋਈ ਵਿਰਲਾ ਵਾਂਢਾ ਆਵੇ ਤੇ ਮੇਰੇ ਉੱਥੇ ਮਿਲੇ, ਸਾਰਿਆਂ ਦੇ ਸਾਹਮਣੇ ਮੈਂ ਨਹੀਂ ਹੁਣ ਬਹਿਣਾ, ਕਿਉਂਕਿ ਸ਼ਰਮਸਾਰ ਲੱਜਾਵਾਨ ਹੋ ਗਿਆ। ਹਨੇਰਾ ਪਿਆ ਸੀ, ਹਨੇਰੇ ਵਿੱਚ ਐਸੋ ਜਿਹਾ ਕਾਲ ਆਇਆ ਕਿ ਉਹਨੂੰ ਡਸਿਆ ਤੇ ਪ੍ਰਾਣ ਨਿਕਲ ਗਏ, ਮੌਤ ਹੋ ਗਈ। ਇਧਰ ਬਾਬਾ ਬਚਿੱਤਰ ਸਿੰਘ, ਸਵੇਰਾ ਹੋਇਆ ਹੈ, ਦਿਨ ਚੜਿਆ ਹੈ, ਸਿੰਘਾਸਣ ਤੇ ਸਤਿਗੁਰੂ ਜੀ ਬੈਠੇ ਹੋਏ ਨੇ ਤੇ ਰਾਜਾ ਕੇਸਰੀ ਚੰਦ ਹਾਥੀ ਲੈ ਕੇ ਆਇਆ। ਆਉਣ ਦੀਆਂ ਤਿਆਰੀਆਂ ਸੁਣ ਲਈਆਂ। ਚਤਰ ਸਿੰਘ ਬਰਾੜ ਨੇ ਦੱਸ ਦਿੱਤਾ, ਪਾਤਸ਼ਾਹ ਇੰਨੀਆਂ ਫੌਜਾਂ ਆ ਰਹੀਆਂ ਨੇ, ਜਿਵੇਂ ਫੌਜਾਂ ਇਸ ਤਰ੍ਹਾਂ ਆ ਰਹੀਆਂ ਨੇ, ਸੂਰਜ ਬੱਦਲ ਛਾਇਆ, ਰਾਤ ਨਾ ਪੁੱਜੈ ਦਿਸੈ ਫੇਰੇ। ਜਿਵੇਂ ਸੂਰਜ ਚੜਿਆ ਹੋਵੇ
ਤੇ ਬੱਦਲ ਆ ਜਾਵੇ ਤੇ ਬੱਦਲ ਜਿਹੜਾ ਸੂਰਜ ਨੂੰ ਢੱਕ ਲੈਂਦਾ। ਹੁਣ ਵੇਖੋ ਬਾਹਰ ਮੀਂਹ ਪੈ ਰਿਹਾ ਹੈ, ਸੂਰਜ ਦੀਆਂ ਕਿਰਨਾਂ ਜਿਹੜੀਆਂ ਨੇ ਉਸ ਬੱਦਲ ਨੇ ਢੱਕ ਲਈਆਂ ਨੇ, ਪਰ ਉਹ ਸੂਰਜ ਦੀਆਂ ਕਿਰਨਾਂ ਬੱਦਲ ਕਿੰਨੀ ਕੁ ਦੇਰ ਢੱਕੀ ਰੱਖ ਸਕਦਾ ਹੈ? ਸੂਰਜ ਦੀਆਂ ਕਿਰਨਾਂ ਨੂੰ ਸੂਰਜ ਨੂੰ ਬੱਦਲ ਬਹੁਤਾ ਦੇਰ ਢੱਕ ਨਹੀਂ ਸਕਦਾ। ਸੂਰਜ ਸਦਾ ਹੈ, ਬਰਕਰਾਰ ਹੈ। ਬੱਦਲ ਦੀ ਜਿਹੜੀ ਬਦਲੀ ਆਉਂਦੀ ਹੈ, ਇੱਕ ਪਾਸੇ ਆਉਂਦੀ ਤੇ ਦੂਸਰੇ ਪਾਸੇ ਚਲੀ ਜਾਂਦੀ ਹੈ, ਖਿਦਰ ਬਿਦਰ ਹੋ ਜਾਂਦਾ ਹੈ। ਹੁਣ ਜਿਹੜੀਆਂ ਫੌਜਾਂ ਜਿਹੜੀਆਂ ਆ ਰਹੀਆਂ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਮਾਨੋ ਕਿ ਲੋਹਗੜ੍ਹ ਦੇ ਕਿਲੇ ਵਿੱਚ ਸੂਰਜ ਦੀ ਨਿਆਈ ਨੇ, ਇਹ ਫੌਜਾਂ ਇੱਕ ਬੱਦਲ ਦੀ ਨਿਆਈ ਨੇ। ਬੱਦਲ ਆਉਣਗੇ ਚਲੇ ਜਾਣਗੇ, ਕਦੀ ਟਿਕ ਨਹੀਂ ਪਾਉਣਗੇ। ਫੌਜਾਂ ਆ ਰਹੀਆਂ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਿੰਘਾਸਣ ਤੇ ਸੁਸ਼ੋਭਿਤ ਨੇ, ਬੜਾ ਨੂਰ ਝੜ ਰਿਹਾ ਹੈ ਸਤਿਗੁਰੂ ਜੀ ਦੇ ਨੇਤਰਾਂ ਚੋਂ। ਸਿੱਖ ਸੇਵਕ ਸਿੰਘ ਜਿਹੜੇ ਸਨ, ਜਿਨ੍ਹਾਂ ਨੇ ਇਹ ਮਨ ਦੇ ਵਿੱਚ ਠਾਣਿਆ ਹੋਇਆ ਸੀ ਪਾਤਸ਼ਾਹ ਸਾਡੇ ਤੇ ਅੱਜ ਕਿਰਪਾ ਕਰਨਗੇ, ਜਿਹੜੇ ਗਾਉਂਦੇ ਸਨ ਛਾੜ ਰੇ ਮਨ ਮੇਰੇ ਮਨਾ ਛੱਡ ਦੇ, ਇਹ ਚਿੱਤ ਜਿਹੜਾ ਚਿੱਤ ਵਿੱਚ ਚਿਤਵਦਾ ਹੈ, ਡਗ ਡੋਲੇ ਜੇ ਖਾਰਿਆ ਹੈ ਛੱਡ ਦੇ ਇਸ ਨੂੰ, ਦੁਬਦਾ ਪੰਡ ਛੱਡ ਦੇ। ਸਤਿਗੁਰੂ ਜੀ ਸਿੰਘਾਸਣ ਤੇ ਬੈਠੇ ਨੇ, ਸਾਰਿਆਂ ਦੇ ਮਨਾਂ ਦੇ ਵਿੱਚ ਚਾਹ ਹੈ ਪਾਤਸ਼ਾਹ ਸਾਨੂੰ ਹੁਕਮ ਕਰਨ। ਇੱਧਰ ਬਾਬਾ ਬਚਿੱਤਰ ਸਿੰਘ ਭਾਈ ਮਨੀ ਸਿੰਘ ਦੇ ਸੁਪੁੱਤਰ, ਮਨ ਦੇ ਵਿੱਚ ਖਿਆਲ ਆ ਰਿਹਾ ਹੈ ਬਾਬਾ ਬਚਿੱਤਰ ਸਿੰਘ ਦੇ, ਇਹ ਅਵਸਰ ਅਬ ਮੇਰਾ, ਇਹ ਮੇਰਾ ਹੁਣ ਅਵਸਰ ਹੈ। ਬਚਿੱਤਰ ਸਿੰਘ ਤਬ ਹਿਰਦੇ ਵਿਚਾਰਿਓ, ਇਹ ਅਵਸਰ ਅਬ ਮੇਰਾ। ਖੁਤੋ ਮਤੰਗ ਅੰਗ ਮੇ ਵਰਸ਼ਾ ਕਰਕੇ ਓਜ ਕਨੇਰਾ, ਜੇ ਕਲਗੀਆਂ ਵਾਲੇ ਸਤਿਗੁਰੂ ਜੀ ਮੈਨੂੰ ਬਖਸ਼ਿਸ਼ ਕਰ ਦੇਣ, ਮੇਰੇ ਸਿਰ ਤੇ ਰਹਿਮਤਾਂ ਭਰਿਆ ਹੱਥ ਰੱਖ ਦੇਣ ਤੇ ਇਹ ਸੇਵਾ ਬਹਿ ਲਾ। ਸਤਿਗੁਰੂ ਜੀ ਨੇ ਨਜ਼ਰ ਕੀਤੀ, ਅੰਮ੍ਰਿਤ ਦ੍ਰਿਸ਼ਟ ਵੇਖਿਆ ਹੋਏ ਸੰਤ। ਜਦੋਂ ਅੰਮ੍ਰਿਤ ਦ੍ਰਿਸ਼ਟੀ ਪਈ, ਭਾਵ ਨੇਤਰਾਂ ਦੇ ਨਾਲ ਵੇਖਿਆ, ਜਿਵੇਂ ਕਿ 8ਵੇਂ ਪਾਤਸ਼ਾਹ ਨੇ ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਭਾਈ ਛੱਜੂ ਝੀਵਰ ਨੂੰ, ਜਿਹੜਾ ਗੂੰਗਾ ਤੇ ਬੋਲਾ ਸੀ, ਬੇਸਮਝ ਸੀ, ਜਦੋਂ ਉਹਦੇ ਉੱਤੇ ਨਜ਼ਰ ਪਈ ਤੇ ਉਹ ਗੀਤਾ ਦੇ ਅਰਥ ਕਰਨੇ ਸ਼ੁਰੂ ਕਰ ਦਿੱਤੇ। ਅਰਥ ਭਾਵ ਅਰਥ ਤੇ ਉਸਨੇ ਵਿਆਖਿਆ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਭਾਈ ਬਚਿੱਤਰ ਸਿੰਘ ਦੇ ਉੱਤੇ ਗੁਰੂ ਸਾਹਿਬ ਜੀ ਦੀ ਨਜ਼ਰ ਪੈਂਦੀ ਹੈ, ਚਾਨਣਾ ਹੋ ਗਿਆ, ਪ੍ਰਕਾਸ਼ ਹੋ ਗਿਆ, ਅੰਧਕਾਰ ਮਿਟ ਗਿਆ, ਹਨੇਰਾ ਨਿਕਲ ਗਿਆ, ਅੰਦਰੋਂ ਤਿਆਰ ਹੋ ਗਿਆ। ਗੁਰੂ ਸਾਹਿਬ ਜੀ ਨੇ ਥਾਪੜਾ ਦਿੱਤਾ। ਇਧਰੋਂ ਰਾਜਾ ਕੇਸਰੀ ਚੰਦ ਵੀ ਆ ਗਿਆ, ਦਰਵਾਜ਼ਾ ਵੀ ਖੁੱਲ ਗਿਆ। ਜਿਵੇਂ ਦਰਵਾਜ਼ਾ ਖੁੱਲਾ ਹੈ, ਭਾਈ ਸਾਹਿਬ ਘੋੜੇ ਦੇ ਉੱਤੇ ਸਵਾਰ ਹੋ ਕੇ 9 ਫੁੱਟ ਦੀ ਨਾਂਗਣੀ ਲੈ ਕੇ ਜਦੋਂ ਬਾਹਰ ਨਿਕਲਦੇ ਨੇ ਤੇ ਹਾਥੀ ਦੇ ਸਿਰ ਦੇ ਵਿੱਚ ਜਦੋਂ ਮਾਰਦੇ ਨੇ, ਚੀਰ ਕੇ ਉਹ ਅੰਦਰ ਲੰਘ ਜਾਂਦੀ ਹੈ, ਕਰਕੇ ਓਜ ਕਨੇਰਾ, ਓਜ ਤੋਂ ਭਾਵ ਹੈ ਤਾਕਤ ਲਾ ਕੇ ਉਸ ਜਦੋਂ ਨਾਂਗਣੀ ਨੂੰ ਘੁਮਾਇਆ ਤੇ ਖੱਪਾ ਖੋਲ ਦਿੱਤਾ। ਜਿਵੇਂ ਖੱਪਾ ਉਸ ਦੇ ਮੱਥੇ ਦਾ ਖੁੱਲਿਆ ਹੈ, ਸਾਧ ਸੰਗਤ, ਉਹ ਹਾਥੀ ਜਿਸ ਦੀ ਸੁੰਡ ਦੇ ਨਾਲ ਤਲਵਾਰ ਬੱਧੀ ਹੋਈ ਸੀ, ਉਹ ਵਾਪਸ ਮੁੜਿਆ। ਜਿਹੜੀਆਂ ਫੌਜਾਂ ਉਸ ਨੂੰ ਤੋੜ ਕੇ ਅੱਗੇ ਵਧਾ ਰਹੀਆਂ ਸਨ, ਉਹਨਾਂ ਨੂੰ ਦਲਣਾ ਸ਼ੁਰੂ ਕਰ ਦਿੱਤਾ। ਉਹ ਸੁੰਡ ਘਮਾਉਂਦਾ ਹੈ, ਉਸ ਸੁੰਡ ਦੇ ਨਾਲ ਉਹ ਆਪਣੀਆਂ ਫੌਜਾਂ ਨੂੰ ਕੁਤਰਨ ਲੱਗ ਪਿਆ, ਜਿਵੇਂ ਪੱਠਿਆਂ ਨੂੰ ਕੁਤਰੀਦਾ। ਇਸੇ ਤਰ੍ਹਾਂ ਜਦੋਂ ਪਿਛਾਂ ਨੂੰ ਫੌਜਾਂ ਕੁਤਰਨ ਲੱਗ ਪਿਆ, ਭਾਈ ਉਦੇ ਸਿੰਘ ਉਤਰਿਆ। ਭਾਈ ਉਦੇ ਸਿੰਘ ਨੇ ਕੇਸਰੀ ਚੰਦ ਰਾਜੇ ਦੇ ਸਾਹਮਣੇ ਜਾ ਕੇ ਜਦੋਂ ਆਮੋ ਸਾਹਮਣੇ ਵਾਰ ਹੁੰਦੇ ਨੇ, ਵਾਰ ਕੀਤਾ, ਰਾਜੇ ਕੇਸਰੀ ਚੰਦ ਦਾ ਸਿਰ ਵੱਢ ਕੇ ਸੁੱਟ ਦਿੱਤਾ ਤੇ ਨੇਜੇ ਉੱਤੇ ਟੰਗ ਕੇ ਕਲਗੀਆਂ ਵਾਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਲਿਆ ਸੁੱਟਿਆ। ਇਧਰੋਂ ਭਾਈ ਖੁਸ਼ਹਾਲ ਸਿੰਘ ਬਾਬਾ ਮੱਖਣ ਸਿੰਘ ਜੀ ਦਾ ਪੁੱਤਰ ਜਿਹੜਾ ਹੈ, ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਹੈ, ਜਿਸ ਦੇ ਬੇੜੇ ਨੂੰ ਸਤਿਗੁਰੂ ਜੀ ਪਾਰ ਕਰਦੇ ਨੇ, ਉਹਦਾ ਪੁੱਤਰ ਖੁਸ਼ਹਾਲ ਸਿੰਘ ਇਸ ਮੌਕੇ ਤੇ ਸ਼ਹਾਦਤ ਦਿੰਦਾ ਹੈ। ਕਹਿਣ ਤੋਂ ਭਾਵ ਹੈ, ਜਿਹੜੇ ਇਸ ਜੰਗ ਦੇ ਵਿੱਚ ਇਸ ਤਰ੍ਹਾਂ ਦੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਰਹਿ ਕੇ ਉਹ ਜੰਗ ਵਿੱਚ ਜੂਝਦੇ ਸਨ, ਜਿਹੜੇ ਸਦਾ ਇਹ ਗਾਇਆ ਕਰਦੇ ਸਨ, ਡਗਮਗ ਛਾੜ ਰੇ ਮਨ ਬੌਰਾ, ਅਬ ਤੋਂ ਜਰੇ ਮਰੇ ਸਿੱਧ ਪਾਈਆ ਲੀਨੋ ਹਾ ਸੰਧੌਰਾ। ਤੇ ਗੁਰੂ ਪਿਆਰਿਓ, ਜਿਹੜੇ ਦੁਚਿੱਤਾਪਨ ਵਿੱਚ ਪਏ ਰਹਿੰਦੇ ਨੇ, ਉਹ ਕਦੀ ਗੁਰੂ ਦੀ ਖੁਸ਼ੀ ਦੇ ਪਾਤਰ ਨਹੀਂ ਬਣਦੇ, ਉਹ ਜੰਗ ਵਿੱਚ ਕਦੀ ਜੂਝ ਨਹੀਂ ਸਕਦੇ। ਇਹ ਜੰਗ ਇਸ ਤਰ੍ਹਾਂ ਜੰਗਾਂ ਚੱਲਦੀਆਂ ਰਹੀਆਂ ਨੇ, ਜੰਗਾਂ ਹੁੰਦੀਆਂ ਰਹੀਆਂ, ਗੁਰੂ ਸਾਹਿਬ ਜੀ ਨੂੰ ਹਰਾ ਨਾ ਪਾਏ, ਹਾਰ ਦਾ ਮੂੰਹ ਵੇਂਦੇ ਰਹੇ।
ਆਖਰ ਨੂੰ ਹਾਰ ਕੇ ਇਹ ਸਾਰੇ ਜਾਂਦੇ ਰਹੇ। ਸਮੇਂ ਦੀਆਂ ਫੌਜਾਂ 22 ਧਾਰ ਦੇ ਰਾਜੇ। ਸਮਾਂ ਆਇਆ ਜਦੋਂ ਹਾਰ ਦਾ ਮੂੰਹ ਵੇਖਣਾ ਪਿਆ। ਕਈ ਮਹੀਨੇ 7 ਮਹੀਨੇ ਤੇ ਕੁਝ ਸਮਾਂ ਜਦੋਂ ਘੇਰਾ ਪਿਆ ਰਿਹਾ, ਹਾਰ ਦਾ ਮੂੰਹ ਵੇਖਣਾ ਪਿਆ। ਔਰੰਗਜ਼ੇਬ ਵੱਲੋਂ ਕੁਰਾਨ ਦੇ ਉੱਤੇ ਸਹੁੰ ਖਾ ਕੇ ਇਹ ਕਿਹਾ ਕਿ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਅਸੀਂ ਕੁਰਾਨ ਦੀ ਸਹੁੰ ਖਾਂਦੇ ਹਾਂ। ਨਿਰੀ ਖਾਂਦੇ ਹੀ ਨਹੀਂ, ਉਹਦੇ ਉੱਤੇ ਲਿਖਤੀ ਰੂਪ ਦੇ ਵਿੱਚ ਕੁਰਾਨ ਦੇ ਉੱਤੇ ਲਿਖ ਕੇ ਭੇਜਿਆ ਸੀ। ਜਿਹੜਾ ਕਾਜੀ ਹੈ ਉਹਦਾ ਨਾਂ ਹੈ ਵਲੀ ਹਸਨ। ਵਲੀ ਹਸਨ ਜਿਹੜਾ ਹੈ ਸਮਾਣੇ ਦਾ ਰਹਿਣ ਵਾਲਾ ਹੈ, ਜਿੱਥੋਂ ਦਾ ਰਹਿਣ ਵਾਲੇ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਸਨ, ਜਿੱਥੋਂ ਦਾ ਰਹਿਣ ਵਾਲਾ ਜਲਾਲੁਦੀਨ ਹੈ। ਇੱਥੋਂ ਦਾ ਰਹਿਣ ਵਾਲਾ ਹੀ ਉਹ ਕਾਜੀ ਹੈ ਜਿਹੜਾ ਵਲੀ ਹਸਨ ਕੁਰਾਨ ਦੇ ਉੱਤੇ ਔਰੰਗਜ਼ੇਬ ਵੱਲੋਂ ਲਿਖਵਾ ਕੇ ਲਿਆ ਰਿਹਾ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਸਾਰੀ ਧਰਤੀ ਸਾਰਾ ਦੇਸ਼ ਇਹ ਤੁਹਾਡਾ ਹੈ। ਆਪ ਜੀ ਇੱਕ ਵਾਰੀ ਆਨੰਦਪੁਰ ਦੀ ਜੂਹ ਨੂੰ ਛੱਡ ਜਾਓ, ਸਾਡੀ ਰਹਿ ਜਾਏ। ਤੁਸੀਂ ਜਿਸ ਪਾਸੇ ਜਾਓ ਉਹ ਤੁਹਾਡੀਆਂ ਥਾਵਾਂ ਨੇ। ਰੱਬ ਦਾ ਵਾਸਤਾ ਪਾਇਆ। ਇਧਰੋਂ ਪੰਮਾ ਪ੍ਰੋਤ ਜਿਹੜਾ 22 ਧਾਰ ਦੇ ਰਾਜਿਆਂ ਵੱਲੋਂ ਆਟੇ ਦੀ ਗਊ ਬਣਾ ਕੇ ਗਲ ਦੇ ਵਿੱਚ ਚਿੱਠੀ ਪਾ ਕੇ ਤੇ ਗਊ ਦੀ ਕਸਮ ਖਾਂਦਾ ਹੈ ਕਿ 22 ਧਾਰ ਦੇ ਰਾਜੇ ਸਤਿਗੁਰੂ ਜੀ ਤੁਹਾਡੇ ਉੱਤੇ ਕਿਸੇ ਪ੍ਰਕਾਰ ਦਾ ਵੀ ਹੁਣ ਅੱਗੇ ਤੋਂ ਅਟੈਕ ਨਹੀਂ ਕਰਨਗੇ। ਤੁਸੀਂ ਇੱਕ ਵਾਰੀ ਸਾਡੀ, ਅਸੀਂ ਗਊ ਦੀ ਕਸਮ ਖਾ ਕੇ ਕਹਿੰਦੇ ਆ, ਇੱਕ ਵਾਰੀ ਸਾਡੀ ਰੱਖ ਲਓ, ਆਨੰਦਪੁਰ ਛੱਡ ਦਿਓ। ਸਤਿਗੁਰੂ ਜੀ ਨੇ ਜਦੋਂ ਰੱਬ ਦਾ ਵਾਸਤਾ ਪਾਇਆ ਆਨੰਦਪੁਰ ਵਾਸਤੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਮਨ ਬਣਾਇਆ ਆਨਨ ਫਾਨਨ ਆਨੰਦਪੁਰ ਨੂੰ ਛੱਡਣਾ ਪਿਆ। ਜਦੋਂ ਆਨੰਦਪੁਰ ਨੂੰ ਛੱਡਦੇ ਨੇ, ਆਨੰਦਗੜ੍ਹ ਜਿਹੜਾ ਕਿਲ੍ਹਾ ਹੈ, ਇਸ ਕਿਲ੍ਹੇ ਦੇ ਵਿੱਚ ਜਦੋਂ ਆਪਾਂ ਆਨੰਦਪੁਰ ਸਾਹਿਬ ਜਾਂਦੇ ਆ, ਆਨੰਦਗੜ੍ਹ ਦਾ ਜਿਹੜਾ ਕਿਲ੍ਹਾ ਹੈ, ਤੇ ਉਸ ਕਿਲ੍ਹੇ ਤੋਂ ਲਾਗੇ ਵੇਖੋ ਬਹੁਤ ਥੱਲੇ ਵੱਡੀ ਡੂੰਗੀ ਸੁਰੰਗ ਹੈ। ਉਸ ਥਾਂ ਤੇ ਬੜੀ ਵਿਉਂਤਬੰਦੀ ਦੇ ਨਾਲ ਜੰਗ ਦਾ ਤਰੀਕਾ ਜਿਹੜਾ ਸੀ ਗੁਰੂ ਸਾਹਿਬ ਜੀ ਨੇ ਬਣਾਇਆ ਸੀ। ਇਹ ਤਾਂ ਹਾਰਾ ਸਕਦੇ ਨਹੀਂ ਸੀ। ਇਸ ਆਨੰਦਗੜ੍ਹ ਦੇ ਕਿਲ੍ਹੇ ਉੱਤੇ ਜਾਂ ਲੋਹਗੜ੍ਹ ਦੇ ਕਿਲ੍ਹੇ ਜਿਹੜੇ ਤਾਰਾਗੜ੍ਹ, ਨਿਰਮੋਹਗੜ੍ਹ, ਇਹ ਜਿਹੜੇ ਕਿਲ੍ਹੇ ਬਣਾਏ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਬੜੇ ਸੋਹਣੇ ਢੰਗ ਨਾਲ ਤਰੀਕੇ ਨਾਲ ਬਣਾਏ ਸਨ ਜੰਗ ਕਰਨ ਵਾਸਤੇ। ਜੇ ਅਜੇ ਅਸੀਂ 1984 ਦੇ ਸ਼ਹੀਦਾਂ ਦੀ ਯਾਦ ਮਨਾ ਰਹੇ ਹਾਂ, ਜਿਹੜਾ ਮੈਂ ਸਾਕਾ ਸੁਣਾ ਰਹੇ ਹਾਂ, ਪਹਿਲਾਂ ਵੀ ਆਪਾਂ ਸੁਣੇ, ਇਹਨਾਂ ਨੂੰ ਆਪਾਂ ਦੁਹਰਾ ਫਿਰ ਰਹੇ ਹਾਂ। ਹੁਣ ਆਪਾਂ ਸੇਧ ਕੀ ਲੈਣੀ ਹੈ ਵੀ ਅਸੀਂ ਇਹ ਸੇਧ ਕੀ ਲੈਣੀ ਹੈ ਵੀ ਇਹ ਜਿਹੜੇ ਅਸੀਂ ਸਾਕੇ ਸੁਣ ਰਹੇ ਹਾਂ, ਸੁਣਾ ਰਹੇ ਹਾਂ, ਜਾਂ ਸ਼ਹੀਦਾਂ ਦੀਆਂ ਜਿਨ੍ਹਾਂ ਦੀ ਅਸੀਂ ਵਾਰਤਾਵਾਂ ਗਾ ਰਹੇ ਹਾਂ, ਪੜ੍ਹ ਰਹੇ ਹਾਂ, ਅਸੀਂ ਇਹਨਾਂ ਪਾਸੋਂ ਕੁਝ ਸੇਧ ਲੈਣੀ ਹੈ। ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਰਥਾਏ ਭਾਈ ਗੁਰਦਾਸ ਜੀ ਕਹਿੰਦੇ ਨੇ, ਖੇਤੀਵਾੜ ਜੋ ਢਿੰਗਰੀ ਕਿੱਕਰ ਆਸ ਪਾਸ ਜੋ ਬਾਗੈ ਸੱਪ ਪਲੇਟੈ ਚੰਨਣਾ ਬੂਹਾ ਕੁੱਤਾ ਜੰਦਾ। ਇਹ ਜਿਹੜਾ ਦਰਵਾਜ਼ੇ ਦੇ ਅੱਗੇ ਕੁੱਤਾ ਲੋਕ ਰੱਖਦੇ ਨੇ ਰਾਖੀ ਰੱਖਣ ਵਾਸਤੇ, ਘਰੋਂ ਬਾਹਰ ਜਾਣ ਤੇ ਮੋਟਾ ਜੰਦਰਾ ਲਾਉਂਦੇ ਨੇ, ਪਹਿਰੇਦਾਰ ਬਿਠਾਉਂਦੇ ਨੇ। ਜਿਹੜਾ ਸਿਆਣਾ ਹੈ ਖੇਤ ਨੂੰ ਵਾੜ ਕਰਦਾ ਹੈ। ਤੇ ਕਹਿਣ ਤੋਂ ਭਾਵ ਹੈ ਜੇ ਅਸੀਂ 1984 ਦੇ ਸਾਕੇ ਨੂੰ ਹਰ ਸਾਲ 30-35 ਸਾਲ ਹੋ ਚੱਲੇ ਨੇ ਮਨਾਉਂਦੇ ਆ ਰਹੇ ਹਾਂ, ਤੇ ਜੇ ਅਸੀਂ ਇਸ ਸਾਕੇ ਨੂੰ ਪੜ੍ਹ ਕੇ ਸੁਣ ਕੇ ਅਸੀਂ ਕੋਈ ਇਹਦੇ ਉੱਤੇ ਅਮਲ ਨਾ ਕੀਤਾ, ਭਾਵ ਸ਼ਸਤਰਧਾਰੀ ਨਾ ਹੋਏ, ਜੇ ਚਿੰਤਨ ਨਾ ਕੀਤਾ, ਤੇ ਮੈਂ ਕਹਿੰਦਾ ਫਿਰ ਤੇ ਇਹ ਮੇਲੇ ਹੀ ਸਮਝ ਲਓ, ਮੇਲੇ ਸਮਝ ਲਓ, ਮੇਲੇ ਮਨਾ ਲਏ, ਉਹਨਾਂ ਦੇ ਦਿਨ ਯਾਦ ਕਰ ਲਏ। ਜੇ ਅਮਲ ਵਿੱਚ ਨਹੀਂ ਇਹਨਾਂ ਸਾਕਿਆਂ ਨੂੰ ਲਿਆਂਦਾ, ਜਿਹਨਾਂ ਸ਼ਹੀਦਾਂ ਦੀ ਗੱਲ ਅਸੀਂ ਕਰਦੇ ਹਾਂ, ਜੇ ਅਸੀਂ ਉਹਨਾਂ ਸ਼ਹੀਦਾਂ ਦੇ ਕੀਤੇ ਹੋਏ ਕਾਰਨਾਮਿਆਂ ਨੂੰ ਅਮਲ ਦੇ ਵਿੱਚ ਨਹੀਂ ਲਿਆਉਂਦੇ ਤੇ ਫਿਰ ਇਹ ਮੇਲੇ ਬਣ ਕੇ ਰਹਿ ਜਾਣਗੇ। ਜਦੋਂ ਸਤਿਗੁਰੂ ਜੀ ਇਸ ਆਨੰਦਗੜ੍ਹ ਦੇ ਕਿਲ੍ਹੇ ਦੇ ਵਿੱਚੋਂ ਆਪਣੇ ਕਾਫਲੇ ਸਮੇਤ ਨਿਕਲਦੇ ਨੇ, ਵਹੀਰਾਂ ਵੰਡ ਦਿੱਤੀਆਂ ਗਈਆਂ, 100 ਸਿੰਘਾਂ ਦੇ ਜਥੇ ਬਣਾ ਦਿੱਤੇ ਗਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਨਾਲ ਕੌਣ ਨੇ? ਭਾਈ ਬਚਿੱਤਰ ਸਿੰਘ ਜਿਹੜਾ ਨਾਂਗੜੀ ਮਾਰਦਾ, ਭਾਈ ਉਦੇ ਸਿੰਘ, ਭਾਈ ਜੈਤਾ ਜਿਸ ਨੂੰ ਭਾਈ ਜੀਵਨ ਸਿੰਘ ਕਿਹਾ, ਜਿਸ ਨੂੰ ਗੁਰੂ ਸਾਹਿਬ ਜੀ ਨੇ 9 ਵਰ੍ਹਿਆਂ ਦੀ ਆਯੂ ਵਿੱਚ ਜਦੋਂ ਪਿਤਾ ਦਾ ਸੀਸ ਲੈ ਕੇ ਭਾਈ ਜੈਤਾ ਜੀ ਦਿੱਲੀ ਤੋਂ ਆਨੰਦਪੁਰ ਪਹੁੰਚਦੇ ਨੇ, ਜਿੱਥੇ ਉੱਥੇ ਵੀ ਸੀਸਗੰਜ ਸਾਹਿਬ ਗੁਰਦੁਆਰਾ ਹੈ,
ਤੇ ਚੌਂਕੀ ਦੇ ਉੱਤੇ ਖਲੋ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ 9 ਵਰਿਆਂ ਦੇ ਨੇ ਤੇ ਭਾਈ ਜੈਤਾ ਜੀ 45 ਵਰਿਆਂ ਦੇ ਨੇ। ਚੌਂਕੀ ਉੱਤੇ ਖਲੋ ਕੇ ਬਰਾਬਰ ਹੋ ਕੇ ਗਾਲ ਨਾਲ ਲਾ ਕੇ ਕਿਹਾ, ਰੰਗ ਰੇਟਾ ਗੁਰੂ ਕਾ ਬੇਟਾ। ਇਹ ਭਾਈ ਜੈਤਾ ਜੀ, ਭਾਈ ਜੀਵਨ ਸਿੰਘ ਜੀ, ਇਹ ਸਤਿਗੁਰੂ ਜੀ ਦੇ ਨਾਲ ਨੇ 40 ਸਿੰਘ ਤੇ ਮਾਤਾ ਗੁਜਰ ਕੌਰ, ਛੋਟੇ ਸਾਹਿਬਜ਼ਾਦੇ ਤੇ ਭਾਈ ਦੂਨਾ ਸਿੰਘ, ਬੀਬੀ ਸੁਭਿੱਖੀ, ਬੀਬੀ ਭਿੱਖਾ, ਇਹ ਜਿਹੜੇ ਹਨ ਨਾਲ ਨੇ। ਜਦੋਂ ਸਤਿਗੁਰੂ ਜੀ ਇਹਨਾਂ ਸਿੰਘਾਂ ਸਮੇਤ 40 ਕੁ ਸਿੰਘ ਪਾਤਸ਼ਾਹ ਨੇ ਨਾਲ ਲਏ ਨੇ, ਸਿਆਹੀ ਟਿੱਬੀ ਤੇ ਪਹੁੰਚ ਗਏ ਨੇ। ਸਾਰਿਆਂ ਸਿੰਘਾਂ ਨੂੰ ਇਹ ਕਿਹਾ ਸੀ ਵਹੀਰਾਂ ਨੂੰ ਕਿ ਵਹੀਰਾਂ ਘੱਤ ਕੇ ਸਿਆਹੀ ਟਿੱਬੀ ਤੇ ਪਹੁੰਚਣਾ ਹੈ। ਗੁਰੂ ਰੂਪ ਸਾਧ ਸੰਗਤ, ਅਸੀਂ ਸਾਰੇ ਸਿਆਹੀ ਟਿੱਬੀ ਕਹਿੰਦੇ ਆ। ਸਿਆਹੀ ਟਿੱਬੀ ਨਾਂ ਕਿਉਂ ਪਿਆ? ਇੱਥੇ ਬਹੁਤ ਸੰਘਣਾ ਭਿਆਨਕ ਜੰਗਲ ਸੀ, ਬਹੁਤ ਘਾਹ ਸੀ ਅਤੇ ਨਿਰਮੋਹਗੜ੍ਹ ਦੀਆਂ ਜਿਹੜੀਆਂ ਜੰਗਾਂ ਹੋਈਆਂ ਨੇ, ਇਸ ਇਲਾਕੇ ਦੇ ਸਿੰਘ ਜਿਹੜੇ ਸਨ ਇਸ ਥਾਂ ਦੇ ਵਾਕਿਫ ਸਨ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸਾਰੀਆਂ ਵਹੀਰਾਂ, ਸਾਰਿਆਂ ਸਿੰਘਾਂ ਨੂੰ ਇਹ ਕਿਹਾ ਸੀ ਕਿ ਤੁਸੀਂ ਸਿਆਹੀ ਟਿੱਬੀ ਤੇ ਪਹੁੰਚਣਾ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਮਾਤਾ ਗੁਜਰ ਕੌਰ, ਛੋਟੇ ਸਾਹਿਬਜ਼ਾਦੇ ਨਾਲ ਲੈ ਕੇ ਇਹ ਸਿਆਹੀ ਟਿੱਬੀ ਤੇ ਪਹੁੰਚ ਜਾਂਦੇ ਨੇ। ਜਦੋਂ ਸਿਆਹੀ ਟਿੱਬੀ ਤੇ ਪਹੁੰਚਦੇ ਨੇ, ਇੱਥੇ ਖਬਰ ਮਿਲਦੀ ਹੈ ਕਿ ਸਮੇਂ ਦੀ ਹਕੂਮਤ ਦੀਆਂ ਜਿਹੜੀਆਂ ਫੌਜਾਂ ਨੇ, 22 ਧਾਰ ਦੀਆਂ ਫੌਜਾਂ ਨੇ, ਉਹ ਚੜ੍ਹ ਕੇ ਆ ਰਹੀਆਂ ਨੇ। ਜਦੋਂ ਚੜ੍ਹ ਕੇ ਆਉਂਦੀਆਂ ਨੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇਸ ਸਿਆਹੀ ਟਿੱਬੀ ਤੇ ਭਾਈ ਉਦੇ ਸਿੰਘ ਨੂੰ ਤਾਇਨਾਤ ਕਰਦੇ ਨੇ। ਸਤਿਗੁਰੂ ਜੀ ਨੇ ਜੋ ਚਮਕੌਰ ਦੀ ਗੜੀ ਵੱਲ ਇਰਾਦਾ ਬਣਾਇਆ ਹੈ, ਉਸ ਇਰਾਦੇ ਨੂੰ ਮੁੱਖ ਰੱਖਦਿਆਂ ਹੋਇਆਂ ਅਗਾਂ ਆਪ ਕਿਵੇਂ ਨਿਹੰਗ ਖਾਨ ਵੱਲੇ ਤੁਰਦੇ ਨੇ। ਨਿਹੰਗ ਖਾਨ ਬੜੂ ਮਾਜਰੇ, ਬਾਹਮਣ ਮਾਜਰੇ ਇਸ ਪਾਸੇ ਨੂੰ ਕਿਵੇਂ ਅਗਾਂ ਵੱਧ ਰਹੇ ਨੇ। ਤੇ ਜਦੋਂ ਫੌਜਾਂ ਆਉਂਦੀਆਂ ਨੇ, ਸੂਹ ਪਾਤਸ਼ਾਹ ਨੂੰ ਮਿਲ ਜਾਂਦੀ ਹੈ। ਇੱਥੇ ਭਾਈ ਉਹਦੇ ਸਿੰਘ ਨੂੰ ਤਾਇਨਾਤ ਕਰਕੇ 50 ਸਿੰਘ ਦੇ ਕੇ ਤੇ ਨਾਲ ਹੀ ਕਹਿੰਦੇ ਨੇ ਪਿੱਛੇ ਬਾਬਾ ਅਜੀਤ ਸਿੰਘ ਦਾ ਜਿਹੜਾ ਜਥਾ ਆ ਰਿਹਾ, ਬੁੱਢਾ ਸਿੰਘ, ਭਾਈ ਬੁੱਢਾ ਸਿੰਘ, ਬਾਬਾ ਅਜੀਤ ਸਿੰਘ ਤੇ ਭਾਈ ਮਦਨ ਸਿੰਘ ਤੇ ਭਾਈ ਕੁਆਠਾ ਸਿੰਘ, ਜਿਹੜੇ ਦੋਵੇਂ ਭਰਾ ਸਨ, ਭਾਈ ਮਦਨ ਸਿੰਘ ਪਿੱਛੇ ਆ ਰਹੇ ਨੇ। ਇਹਨਾਂ ਦਾ ਜਿਹੜਾ ਜਥਾ ਹੈ, ਭਾਈ ਉਦੇ ਸਿੰਘ ਨੂੰ ਕਿਹਾ ਇਹਨਾਂ ਨੂੰ ਇੱਥੇ ਨਹੀਂ, ਤੁਸੀਂ ਅੱਗੇ ਨਿਹੰਗ ਖਾਨ, ਕੋਟਲਾ ਨਿਹੰਗ ਖਾਨ ਵੱਲ ਤੋਰਨਾ ਹੈ, ਤੁਸੀਂ ਇੱਥੇ ਜਿਹੜੀ ਜੰਗ ਵਿੱਚ ਜੂਝਣਾ ਹੈ। ਇਹ ਗੱਲ ਕਹਿ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਅੱਗੇ ਵਧਦੇ ਨੇ। ਫੌਜਾਂ ਜਦੋਂ ਅਜਮੇਰ ਚੰਦ, ਤਾਰਾ ਚੰਦ ਦਾ ਪੜਪੋਤਰਾ ਆਉਂਦਾ ਹੈ, ਭੀਮ ਚੰਦ ਦਾ ਪੁੱਤਰ, ਇੱਥੇ ਸ਼ਾਹੀ ਟਿੱਬੀ ਤੇ ਕਿਵੇਂ ਜੰਗ ਹੁੰਦਾ ਹੈ, ਇਹ ਜੰਗ ਦਾ ਜਿਹੜਾ ਸਮਾਂ ਹੈ, ਕਿਵੇਂ ਜੰਗ ਹੁੰਦੀ ਹੈ, ਕੀ ਹੁੰਦਾ ਹੈ, ਇਹ ਆਪਾਂ ਕੱਲ ਦੇ ਸਮੇਂ ਵਿੱਚ ਵਿਚਾਰਾਂਗੇ। ਮੈਂ ਤੁਕ ਆ ਲਈ ਸੀ, ਡਗਮਗ ਛਾੜ ਰੇ ਮਨ ਬੋਰਾ, ਅਬ ਤੋਂ ਜਰੇ ਮਰੇ ਸਿਧ ਪਾਈਆ, ਲੀਨੋ ਹਾਸ ਸੰਦੌਰਾ। ਉੱਥੇ ਕਿਵੇਂ ਉਹ ਜੰਗ ਦੇ ਵਿੱਚ ਭਾਈ ਉਦੇ ਸਿੰਘ ਜੂਝਦੇ ਨੇ। ਅੱਗੇ ਪਰਿਵਾਰ ਦਾ ਵਿਛੋੜਾ ਕਿਵੇਂ ਪੈਂਦਾ ਹੈ। ਅੱਗੇ ਇਹ ਸਾਕਾ ਜਿਹੜਾ ਹੈ, ਇਹ ਲੜੀ ਜਿਹੜੀ ਸ਼ੁਰੂ ਕੀਤੀ ਹੈ ਭਾਈ ਮਨੀ ਸਿੰਘ ਤੋਂ ਗੁਰੂ ਰੂਪ ਸਾਧ ਸੰਗਤ, ਆਪਾਂ ਵਿਚਾਰਦੇ ਆਵਾਂਗੇ। ਮੇਰੀਆਂ ਭੁੱਲਾਂ ਨਾ ਚਿਤਾਰਦਿਆਂ ਰਸਨਾ ਨੂੰ ਸਫਲਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬਹੁਤ ਬਹੁਤ ਧੰਨਵਾਦ।